हेलो, आवाज आ रही मेरी? हाँ मेरी जी सर। ठीक है, थैंक यू। क्या करन दो, ज्वाइन कर शुरू कर दें अपन। मैं ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਲਾਈਵ ਕਲਾਸ ਹੈ ਸਾਰੇ ਜਾਣੇ ਲਾਇਆ ਕਰੋ। ਮੈਂ ਹੁਣ ਉਸ ਹਿਸਾਬ ਨਾਲ ਜਿਹੜੀ ਤੁਹਾਡੀ ਅਟੈਂਡੈਂਸ ਲਗਾਇਆ ਕਰਨੀ ਹੈ, ਤੇ ਜਿਹੜਾ ਮੈਂ ਤੁਹਾਨੂੰ ਵੀਡੀਓ ਲੈਕਚਰ ਪਾਉਣਾ ਹੈ ਰਿਕਾਰਡਡ, ਉਹਦੀ ਅਟੈਂਡੈਂਸ ਅਲੱਗ ਤੋਂ ਲੱਗੂਗੀ, ਇਹਦੀ ਅਟੈਂਡੈਂਸ ਅਲੱਗ ਤੋਂ ਲੱਗੂਗੀ। ਸੋ ਜਿਹੜੇ ਦੋਨਾਂ ਦੀ ਅਟੈਂਡੈਂਸ ਅਲੱਗ-ਅਲੱਗ ਲੱਗੂਗੀ। ਜਦ ਤੁਹਾਡੇ ਪੀਰੀਅਡ ਹੀ ਦੋ ਲੱਗਦੇ ਪਏ ਆ ਤਾਂ ਤੁਹਾਡੀ ਅਟੈਂਡੈਂਸ ਵੀ ਜਿਹੜੀ ਹੈ ਅਲੱਗ-ਅਲੱਗ ਲੱਗੂਗੀ। ਠੀਕ ਹੈ ਜੀ। ਹੁਣ ਮੈਂ ਕੱਲ ਤੋਂ ਤੁਹਾਡੇ ਨਾਲ ਜਿੱਦਾਂ ਰਜਿਸਟਰ ਵਾਈਜ਼ ਹੈ ਤੁਹਾਡੀ ਅਟੈਂਡੈਂਸ ਹੈ, ਉਦਾਂ ਮੈਂ ਲੈਣੀ ਤੁਹਾਡੀ ਲਾਈਵ ਕਲਾਸ ਦੇ ਵਿੱਚ ਅਟੈਂਡੈਂਸ। ਸੋ ਰਜਿਸਟਰ ਜਿਹੜੇ ਬੱਚਿਆਂ ਨੇ ਕਲਾਸਾਂ ਨਹੀਂ ਲਾਈਆਂ ਉਹਨਾਂ ਦੀਆਂ ਐਬਸੈਂਟਸ ਲੱਗ ਚੁੱਕੀਆਂ ਰਜਿਸਟਰ ਦੇ ਵਿੱਚ। ਇਹ ਨਾ ਸਮਝੋ ਕਿ ਤੁਸੀਂ ਉਹਦੇ ਤੇ ਭੇਜਤੀ ਤੇ ਤੁਹਾਡਾ ਕੰਮ ਖਤਮ ਹੋ ਗਿਆ। ਤੇ ਅਸੀਂ ਇਹਦੀ ਐਂਟਰੀ ਜਿਹੜੀ ਹੈ ਮੈਂ ਆਪਣਾ ਜਿਹੜਾ ਹਾਜ਼ਰੀ ਰਜਿਸਟਰ ਹੈ ਉਹਦੇ ਵਿੱਚ ਵੀ ਕਰਦਾ ਪਿਆ। ਸੋ ਇਹਦੇ ਤੁਹਾਡੀ ਅਟੈਂਡੈਂਸ ਦੇ ਵੀ ਜਿਹੜੇ ਆ, ਜਿਹੜੀ ਤੁਹਾਡੀ ਅਸੈਸਮੈਂਟ ਜਾਂਦੀ ਹੈਗੀ ਹੈ ਯੂਨੀਵਰਸਿਟੀ ਦੀ, ਉਹਦੇ ਵਿੱਚ ਇਹਦੇ ਮਾਰਕਸ ਹੁੰਦੇ ਹੈਗੇ। ਆ ਦੇਖ ਲਓ, ਹਲੇ ਤੱਕ ਸਿਰਫ 6 ਬੱਚਿਆਂ ਨੇ ਜਿਹੜਾ ਹੈਗਾ ਜੁਆਇਨ ਕੀਤਾ ਹੈ, ਸਿਰਫ 6 ਬੱਚਿਆਂ ਨੇ ਜੁਆਇਨ ਕੀਤਾ। ਰਜਨੀ ਦੇਵੀ ਕੌਣ ਹੈ ਜੀ? ਰਜਨੀ ਦੇਵੀ, ਰਜਨੀ ਦੇਵੀ ਆਪਣੇ ਆਪ ਨੂੰ ਅਨਮਿਊਟ ਕਰੋ। हाँ जी सर। ਤੁਹਾਡਾ ਰੋਲ ਨੰਬਰ ਕਿੰਨਾ ਹੈਗਾ? ਇਸ ਵਾਰੀ ਦਾ ਰੋਲ ਨੰਬਰ ਕਿੰਨਾ ਹੈਗਾ ਤੁਹਾਡਾ? सर 979। ਤੁਸੀਂ ਫਸਟ ਈਅਰ ਦੇ ਵਿੱਚ ਹੈਗੇ ਹੋ? सर नहीं, थर्ड सेमेस्टर, ਤੇ सेकंड ईयर। 979 ਤਾਂ ਸੀਰੀਜ਼ ਹੀ ਨਹੀਂ ਹੈਗੀ, 1700 ਵਾਲੀ ਸੀਰੀਜ਼ ਹੈਗੀ। ਤੁਹਾਨੂੰ सर ਰੋਲ मैंने ਨੰਬਰ तो विच ऐड कीते ने। ਨਹੀਂ, ਤੁਹਾਨੂੰ ਰੋਲ ਨੰਬਰ ਹੀ ਨਹੀਂ ਪਤਾ ਆਪਣਾ ਕਿੰਨਾ ਹੈਗਾ ਤੁਹਾਡਾ? सर मेरा इन्ना ही है रोल नंबर, बाकी ग्रुप विच भी सही ऐड है। 979 ਤਾਂ ਬੱਚੇ ਸੀਰੀਜ਼ ਹੀ ਨਹੀਂ ਚੱਲਦੀ ਥਰਡ ਸਮੈਸਟਰ ਦੇ ਵਿੱਚ। ਥਰਡ ਸਮੈਸਟਰ 'ਚ 979 ਵਾਲੀ ਸੀਰੀਜ਼ ਹੀ ਨਹੀਂ ਚੱਲਦੀ। ਤੁਸੀਂ ਆਪਣਾ ਰੋਲ ਨੰਬਰ ਜਿਹੜਾ ਤੁਹਾਨੂੰ ਰੋਲ ਨੰਬਰ ਸਲਿੱਪ ਮਿਲੀ ਹੈ ਨਾ, ਉਹਦੇ ਤੋਂ ਕਨਫਰਮ ਕਰੋ। ठीक है सर। ਕਿਉਂਕਿ ਤੁਸੀਂ ਵੱਡੀ ਗਰੁੱਪ ਦੇ ਵਿੱਚ ਹੋਣੇ ਆ ਤਾਂ ਉਹਦੇ ਵਿੱਚ ਨੰਬਰ ਇਹੀ ਫੀਡ ਹੋਇਆ ਹੋਣਾ, ਤਾਂ ਕਰਕੇ ਤੁਸੀਂ ਜਿਹੜਾ ਹੈਗਾ ਇਦਾਂ ਹੀ हाँ ਦੇ जी। ਦੱਸੋ। ਇਸ ਵਾਰੀ ਦਾ ਜਿਹੜੇ ਸੀਰੀਜ਼ ਹੈਗੀ ਹੈ ਉਹ 1700 ਤੋਂ ਸ਼ੁਰੂ ਹੁੰਦੀ, 1701 ਤੋਂ ਸ਼ੁਰੂ ਹੁੰਦੇ ਰੋਲ ਨੰਬਰ ਆ। ਦੇਖੋ 1701 ਨੇ ਵੀ ਕਲਾਸ ਜੁਆਇਨ ਕੀਤੀ ਹੋਈ ਹੈ। ਬਾਕੀ सर ਜਿੰਨੇ ਜਿੰਨੇ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਣਾ, ਆ ਮੈਂ ਖੋਲਿਆ ਹੋਇਆ ਸਾਰਾ, ਮੈਂ ਇਹਨੂੰ ਵੱਡਾ ਕਰ ਦਿੰਦਾ। ਆ ਦੇਖ ਲਓ, 1701, 1707, 1713, 1705। हाँ जी सर। ਤੁਹਾਡਾ ਮੈਂ ਲਿਸਟ 'ਚ ਦੇਖਦਾ ਕਿੰਨਾ ਰੋਲ ਨੰਬਰ ਹੈਗਾ। ਤੁਹਾਨੂੰ ਮੈਨੂੰ ਰੋਲ ਨੰਬਰ ਹੀ, ਤੁਸੀਂ ਪਿਛਲੇ ਸਾਲ ਵਾਲਾ ਰੋਲ ਨੰਬਰ ਨਾ ਯੂਜ਼ ਕਰੋ, ਉਹਨੂੰ ਦੇਖੋ ਆਪਣੀ ਰੋਲ ਨੰਬਰ ਸਲਿੱਪ 'ਚ। ਹਾਂਜੀ, ਜਿਹੜਾ ਮੈਂ ਤੁਹਾਨੂੰ ਅੱਜ ਵੀਡੀਓ ਲੈਕਚਰ ਭੇਜਿਆ ਉਹ ਕਈਆਂ ਨੇ ਸੁਣਿਆ, ਕਈਆਂ ਨੇ ਨਹੀਂ ਸੁਣਿਆ। ਮੈਂ ਆਪਣਾ ਲੈਕਚਰ ਸ਼ੁਰੂ ਕਰਨ ਲੱਗਾ। ਮੈਂ ਹੁਣ ਹੋਰ ਨਹੀਂ ਵੇਟ ਕਰ ਸਕਦਾ ਕਿਉਂਕਿ ਇਟ ਆਲਰੇਡੀ 12:05 ਹੋ ਗਿਆ ਤੇ ਆਪਾਂ ਲੈਕਚਰ ਫਿਰ ਲਗਾ ਕੇ ਮੈਂ ਖਤਮ ਵੀ ਕਰਨਾ, ਫਿਰ ਮੇਰਾ ਅਗਲਾ ਲੈਕਚਰ ਵੀ ਹੈਗਾ। ਸੋ ਰਾਈਟ ਟੂ ਫਰੀडम ਅਸੀਂ ਡਿਸਕਸ ਕੀਤਾ ਸੀ। ਸੁਤੰਤਰਤਾ ਦਾ ਅਧਿਕਾਰ ਜਿਹੜਾ ਸੀਗਾ ਉਹ ਡਿਸਕਸ ਕੀਤਾ ਸੀ। ਆਪਣੇ ਆਪ ਨੂੰ ਸਾਰੇ ਅਨਮਿਊਟ ਕਰ ਲਓ ਕਿਉਂਕਿ ਮੈਨੂੰ ਕੋਈ ਡਿਸਟਰਬੈਂਸ ਨਹੀਂ ਆਣੀ ਚਾਹੀਦੀ, ਤਾਂ ਹੀ ਤੁਹਾਨੂੰ ਉੱਧਰ ਸੁਣੇਗਾ, ਨਹੀਂ ਤਾਂ ਤੁਹਾਨੂੰ ਸੁਣੇਗਾ ਨਹੀਂ। ਸੋ ਇਹਦੇ ਵਿੱਚ ਜਿਹੜੇ ਆ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਨ ਲੱਗਾ ਹੈਗਾ, ਉਹਦੇ ਵਿੱਚ ਕਈ ਵਾਰੀ ਜਿੱਦਾਂ ਕੋਈ ਡਿਸਟਰਬੈਂਸ ਹੋ ਜਾਂਦੀ ਹੈ ਜਾਂ ਕਈ ਵਾਰੀ ਆਵਾਜ਼ ਨਹੀਂ ਕਲੀਅਰ ਹੁੰਦੀ, ਤੇ ਸੋ ਮੈਂ ਇਹਨੂੰ ਵੀ ਦੁਬਾਰਾ ਜਿਹੜਾ ਰਿਪੀਟ ਜਿਹੜਾ ਕਰਨ ਲੱਗਾ। ਹੁਣ ਜਦੋਂ ਅਸੀਂ ਸੁਤੰਤਰਤਾ ਦੇ ਅਧਿਕਾਰ ਦੀ ਗੱਲ ਕਰਦੇ ਹਾਂ ਤੇ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈ ਭਾਰਤ ਦੇ ਸੰਵਿਧਾਨ ਦੀ ਧਾਰਾ 19 ਤੋਂ ਲੈ ਕੇ 22 ਤੱਕ ਦਿੱਤਾ ਹੋਇਆ। ਜਿਹੜੀ ਧਾਰਾ 19 ਹੈ ਉਹਦੇ ਵਿੱਚ ਜਿਹੜੇ ਸਾਡੇ ਨਾਗਰਿਕ ਹੈ ਉਹਨਾਂ ਨੂੰ ਜਿਹੜੀਆਂ 6 ਪ੍ਰਕਾਰ ਦੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ, 19A ਤੋਂ ਲੈ ਕੇ 19F ਤੱਕ। ਸੋ ਇਹਦੇ ਵਿੱਚ ਜਿਹੜੀ ਪਹਿਲੀ ਸੁਤੰਤਰਤਾ ਜਿਹੜੀ ਤੁਹਾਨੂੰ ਮਿਲੀ ਹੈ, ਰਾਈਟ ਟੂ ਫਰੀडम ਆਫ ਸਪੀਚ, ਮਤਲਬ ਭਾਸ਼ਣ ਦੇਣ ਦੀ ਜਾਂ ਬੋਲਣ ਦੀ ਜਿਹੜੀ ਹੈ ਸੁਤੰਤਰਤਾ ਤੁਹਾਨੂੰ ਜਿਹੜੀ ਹੈ ਦਿੱਤੀ ਗਈ ਹੈ। ਫਿਰ ਜਿਹੜੀ ਦੂਸਰੇ ਪ੍ਰਕਾਰ ਦੀ ਜਿਹੜੀ ਸੁਤੰਤਰਤਾ ਹੈ, ਤੁਹਾਨੂੰ ਮਤਲਬ ਤੁਸੀਂ ਆਪਣੇ ਜਿਹੜੇ ਵਿਚਾਰ ਵਿਅਕਤ ਕਰ ਸਕਦੇ ਆ, ਬੋਲ ਕੇ ਕਰ ਸਕਦੇ ਆ ਜਾਂ ਲਿਖ ਕੇ ਕਰ ਸਕਦੇ ਆ,
ਉਹਨਾਂ ਨੂੰ ਹੋਰ ਕਿਸੇ ਮਾਧਿਅਮ ਰਾਹੀਂ ਵੀ ਜਿਹੜਾ ਤੁਸੀਂ ਕਰ ਸਕਦੇ ਹੋ। ਫਿਰ ਤੁਸੀਂ ਕਿਸੇ ਵੀ ਜਗ੍ਹਾ ਜਿਹੜਾ ਹੈ ਪੀਸਫੁਲ ਰੈਲੀ ਕਰ ਸਕਦੇ ਆ, ਪੀਸਫੁਲੀ ਲੋਕਾਂ ਨਾਲ ਜਿਹੜਾ ਹੈ ਮਤਲਬ ਇਕੱਠ ਕਰ ਸਕਦੇ ਆ। ਅਸੈਂਬਲ ਕਰਨ ਦਾ ਮਤਲਬ ਹੈ ਇਕੱਠ ਕਰ ਸਕਦੇ ਵਿਦਆਊਟ ਆਰਮਸ, ਬਿਨਾਂ ਹਥਿਆਰਾਂ ਦੇ ਨਾਲ ਨਹੀਂ। ਮੈਂ ਸਵੇਰ ਵਾਲੇ ਲੈਕਚਰ 'ਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਸਿਰਫ ਸਿੱਖ ਧਰਮ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਅਨੁਮਤੀ ਦਿੱਤੀ ਗਈ ਹੈ ਸੰਵਿਧਾਨ ਦੇ ਵਿੱਚ ਕਿ ਉਹ ਆਪਣੇ ਜਿਹੜੇ ਧਾਰਮਿਕ ਕਾਰਜ ਹੁੰਦੇ ਆ ਜਾਂ ਧਾਰਮਿਕ ਜਿਹੜੇ ਫੰਕਸ਼ਨ ਹੁੰਦੇ ਆ, ਜਾਂ ਜਿੱਦਾਂ ਗੁਰੂਆਂ ਦੇ ਜਿਹੜੇ ਸਾਡੇ ਜਿਹੜੇ ਗੁਰੂ ਹੈਗੇ ਆ ਉਹਨਾਂ ਦੇ ਜਿਹੜੇ ਆਪਣੇ ਪਰਵ ਆਉਂਦੇ ਆ, ਜਾਂ ਉਹਨਾਂ ਦੇ ਜਿਹੜੇ ਤੁਸੀਂ ਕਹ ਲਓ ਜਨਮ ਦਿਨ ਆਉਂਦੇ ਨੇ, ਉਹਨਾਂ ਉੱਤੇ ਜਿਹੜੇ ਨਗਰ ਕੀਰਤਨ ਨਿਕਲਦੇ ਨੇ ਜਾਂ ਸ਼ੋਭਾ ਯਾਤਰਾਵਾਂ ਨਿਕਲਦੀਆਂ ਹੈ, ਉਹਨਾਂ ਵਿੱਚ ਉਹ ਜਿਹੜੇ ਹੈ ਉਹ ਹਥਿਆਰ ਲੈ ਕੇ ਜਿਹੜਾ ਹੈ ਚੱਲਦੇ। ਹਥਿਆਰ ਨਹੀਂ ਆਪਾਂ ਉਹਨਾਂ ਨੂੰ ਕਵਾਂਗੇ, ਉਹ ਇੱਕ ਤਰ੍ਹਾਂ ਦੇ ਜਿਹੜੇ ਹੈ ਉਹ ਧਾਰਮਿਕ ਜਿਹੜੇ ਹੈ ਨਿਸ਼ਾਨ ਹੈਗੇ ਆ, ਜਾਂ ਧਾਰਮਿਕ ਜਿਹੜੇ ਹੈ ਜਿਹੜੇ ਕਿ ਸਾਡੇ ਗੁਰੂਆਂ ਨੇ, ਜਿਹੜੇ ਸਾਡੇ 10ਵੇਂ ਪਾਤਸ਼ਾਹੀ ਸੀਗੇ, ਉਹਨਾਂ ਨੇ ਇਹਨਾਂ ਦੀ ਮਤਲਬ ਕਿ ਜਿੱਦਾਂ ਉਹ ਜਿਹੜੇ 5 ਪਿਆਰਿਆਂ ਵਾਲੀ ਜਿਹੜੀ ਪ੍ਰਥਾ ਹੈਗੀ ਹੈ ਉਹ ਸਾਰਾ, ਸੋ ਉਹਦੇ ਵਿੱਚ ਜਿਹੜਾ ਹੈ ਆਰਮਸ ਜਿਹੜੇ ਉਹ ਲੈ ਕੇ ਉਹ ਚੱਲ ਸਕਦੇ। ਫਿਰ ਟੂ ਮੂਵ ਫ੍ਰੀਲੀ, ਮਤਲਬ ਤੁਸੀਂ ਜਿਹੜਾ ਹੈ ਕਿਤੇ ਵੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈ ਘੁੰਮ ਫਿਰ ਸਕਦੇ ਹੋ, ਫ੍ਰੀਲੀ ਘੁੰਮ ਫਿਰ ਸਕਦੇ ਹੋ। ਉਹਦੇ ਉੱਤੇ ਜਿਹੜਾ ਹੈ ਕਿਸੇ ਪ੍ਰਕਾਰ ਦੀ ਵੀ ਜਿਹੜੀ ਹੈ ਰੋਕ ਨਹੀਂ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਟੂ ਪ੍ਰੈਕਟਿਸ ਐਨੀ ਪ੍ਰੋਫੈਸ਼ਨ ਔਰ ਕੈਰੀ ਆਊਟ ਆਕੂਪੇਸ਼ਨ ਐਂਡ ਟ੍ਰੇਡ, ਮਤਲਬ ਤੁਸੀਂ ਕਿਸੇ ਵੀ ਜਗ੍ਹਾ ਜਾ ਕੇ ਭਾਰਤ ਦੇ ਵਿੱਚ ਸੈਟਲ ਹੋ ਸਕਦੇ, ਘੁੰਮ ਫਿਰ ਤਾਂ ਸਕਦੇ ਹੀ ਹੈ, ਪਰ ਤੁਸੀਂ ਭਾਰਤ ਦੇ ਕਿਸੇ ਵੀ ਭਾਗ 'ਚ, ਭਾਵੇਂ ਤੁਸੀਂ ਤਾਮਿਲਨਾਡੂ 'ਚ ਚਲ ਜਾਓ, ਭਾਵੇਂ ਤੁਸੀਂ ਕੇਰਲਾ 'ਚ ਚਲ ਜਾਓ, ਭਾਵੇਂ ਤੁਸੀਂ ਭਾਰਤ ਦੇ ਹੋਰ ਕਿਸੇ ਭਾਗ 'ਚ ਚਲ ਜਾਓ, ਤੁਸੀਂ ਹਰ ਜਗ੍ਹਾ ਜਿਹੜਾ ਹੈ ਜਾ ਕੇ ਜਿਹੜਾ ਹੈ ਘੁੰਮ ਸਕਦੇ। ਠੀਕ ਹੈ ਜੀ। ਉਹ ਉੱਥੇ ਸੈਟਲ ਹੋ ਸਕਦੇ ਆ, ਆਪਣਾ ਕੰਮਕਾਜ ਖੋਲ ਸਕਦੇ ਆ। ਸੋ ਇਹ ਸੁਤੰਤਰਤਾ ਵੀ ਤੁਹਾਨੂੰ ਜਿਹੜੀ ਧਾਰਾ 19 ਦੇ ਵਿੱਚ ਜਿਹੜੀ ਹੈ ਉਹ ਮਿਲੀ ਹੈ। ਫਿਰ ਟੂ ਪ੍ਰੈਕਟਿਸ ਐਨੀ ਪ੍ਰੋਫੈਸ਼ਨ, ਟੂ ਕੈਰੀ ਆਊਟ ਔਨ ਐਨੀ ਆਕੂਪੇਸ਼ਨ, ਟ੍ਰੇਡ ਐਂਡ ਬਿਜ਼ਨਸ, ਤੁਸੀਂ ਕੰਮ ਖੋਲ ਸਕਦੇ ਹੋ, ਮੈਂ ਦੱਸਦਾ ਤੁਹਾਨੂੰ ਪਹਿਲਾਂ, ਟ੍ਰੇਡ ਕਰ ਸਕਦੇ ਆ, ਬਿਜ਼ਨਸ ਕਰ ਸਕਦੇ। ਸੋ ਇਹ ਕੁਝ ਇੰਪੋਰਟੈਂਟ ਜਿਹੜੀਆਂ ਸੁਤੰਤਰਤਾਵਾਂ ਹੈ ਤੁਹਾਨੂੰ ਜਿਹੜੀਆਂ ਧਾਰਾ 19 ਦੇ ਵਿੱਚ ਦਿੱਤੀਆਂ ਗਈਆਂ ਉਹਨਾਂ ਦਾ ਮੈਂਸ਼ਨ ਜਿਹੜਾ ਹੈ ਇਹਦੇ ਵਿੱਚ ਜਿਹੜਾ ਹੈਗਾ ਕੀਤਾ ਗਿਆ। ਠੀਕ ਹੈ ਜੀ। ਹੁਣ ਮੈਂ ਅਗਲੀ ਜਿਹੜੀ ਆਪਣੀ ਸਲਾਈਡ ਹੈ ਉਹਦੇ ਵੱਲ ਵੱਧਦਾ ਹੈ। ਹੁਣ ਧਾਰਾ 19 ਦੇ ਵਿੱਚ ਕੀ ਹੈਗਾ, 19 ਦੇ ਵਿੱਚ ਕੀ ਜਿਹੜੀ ਇਹ ਵਿਵਸਥਾ ਕੀਤੀ ਗਈ ਹੈ, 19 ਦੇ ਵਿੱਚ ਹੈਗਾ ਜੀ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर offense। offense ਕੀ ਹੁੰਦਾ, ਕੋਈ ਜਾਣਾ ਦੱਸ ਸਕਦਾ ਮੈਨੂੰ? ਕੋਈ ਜਾਣਾ ਦੱਸ ਸਕਦਾ ਕਿ offense ਕੀ ਹੁੰਦਾ ਹੈ? (1701) ਰੋਲ ਨੰਬਰ 1701 ਰੋਲ ਨੰਬਰ। जी सर। offense ਕੀ ਹੁੰਦਾ ਹੈ? ਜਿੱਦਾਂ ਮੈਂ ਕਹਿ ਰਿਹਾ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर offense। offense ਕੀ ਹੁੰਦਾ? ਪਤਾ ਇਹਦਾ ਅਰਥ ਪਤਾ ਤੁਹਾਨੂੰ, ਮਤਲਬ ਪਤਾ ਕੀ ਹੁੰਦਾ? ਪਤਾ ਹੈ ਕਿ ਨਹੀਂ? नहीं पता। और किसी को पता है? 1701 अपने आप को अनम्यूट कर लो, अम्यूट कर लो, सॉरी। और किसी को पता है कि नहीं? बीसो 41 दलवेर सिंह 2041 अपने आप को अनम्यूट करो। चलो मैं ही दस दिना, मैनू लगता किसी को जिहड़ा हैगा नहीं पता तो मैं ही दस दिना। सो कह रहा है प्रोटेक्शन इन रिस्पैक्ट ऑफ कन्विक्शन। कन्विक्शन हुंदा है अगर कोई व्यक्ति अगर कोई जुर्म करता है, व्यक्ति अगर कोई गलत काम करता है, उहदे विच जिहड़ी सज़ा होनी है और जिहड़ा ऑफेंस कीता है उहदे विच की कन्विक्शन हो सकती है। उहदे विच मतलब कहने का मतलब है कि उन्होंने कन्विक्ट नूं जिहड़ा हैगा, अगर फॉर एग्जाम्पल मैं तुहानूं बड़ी सधारण भाषा दे विच गल समझाना कि मान लो
ਤੁਸੀਂ ਚੋਰੀ ਕਰਦੇ ਹੋ ਜਾਂ ਕੋਈ ਵਿਅਕਤੀ ਚੋਰੀ ਕਰਦਾ ਹੈ, ਜੇ ਉਹ ਵਿਅਕਤੀ ਫੜਿਆ ਜਾਂਦਾ ਹੈ ਤੇ ਜਿਹੜੀ ਪੁਲਿਸ ਹੈ ਉਹਨੂੰ ਕੋਰਟ ਦੇ ਵਿੱਚ ਤੁਹਾਡੇ ਕ੍ਰਾਈਮ ਜਿਹੜਾ ਹੈ ਸਿੱਧ ਕਰਨਾ ਪਊਗਾ ਕਿ ਤੁਹਾਡੇ ਕੋਲ ਪੁਲਿਸ ਜਿਹੜਾ ਹੈ ਚਲਾਨ ਪੇਸ਼ ਕਰਦੀ ਬਕਾਇਦਾ, ਉਹਦੇ ਵਿੱਚ ਸਬੂਤ ਹੁੰਦੇ ਆ, ਸਾਰਾ ਕੁਝ ਹੁੰਦਾ ਕਿ ਇਸ ਵਿਅਕਤੀ ਨੇ ਇਹ ਚੀਜ਼ ਚੋਰੀ ਕੀਤੀ ਹੈ ਜਾਂ ਕੀਤਾ। ਸੋ ਉਹਦੇ ਵਿੱਚ ਜਿਹੜਾ ਵੀ ਤੁਸੀਂ ਜੁਰਮ ਕੀਤਾ ਉਹਦੇ ਵਿੱਚ ਕਨਵਿਕਸ਼ਨ ਕਿੱਦਾਂ ਕਰਨੀ ਹੈ। The state shall can impose reasonable restriction on groups of security of state, friendly relations with foreign states, public order, regency, morality, contempt of court and defamation. ठीक है जी, defamation। ठीक है जी, defamation ਹੁੰਦੀ ਹੈ ਜਦੋਂ ਤੁਸੀਂ ਮਾਨਹਾਨੀ ਦਾ ਮੁਕੱਦਮਾ ਨਹੀਂ ਕਹਿੰਦੇ, ਇਸ ਵਿਅਕਤੀ ਨੇ ਮਾਨਹਾਨੀ ਦਾ ਮੁਕੱਦਮਾ ਕਰ ਦਿੱਤਾ ਜਾਂ ਉਸ ਵਿਅਕਤੀ ਨੇ ਮਾਨਹਾਨੀ ਦਾ ਮੁਕੱਦਮਾ ਕਰ ਦਿੱਤਾ। ਕੰਟੈਂਪਟ ਆਫ ਕੋਰਟ ਹੁੰਦਾ ਹੈ ਜਦੋਂ ਤੁਸੀਂ ਕੋਰਟ ਦੀ ਅਵਹੇਲਨਾ ਕਰਦੇ ਹੋ ਜਾਂ ਕੋਰਟ ਦੀ ਕੋਈ ਗੱਲ ਨਹੀਂ ਮੰਨਦੇ, ਕੋਰਟ ਦੀ ਬੇਇੱਜ਼ਤੀ ਕਰਦੇ ਹੋ, ਉਹਦੀ ਵੀ ਸਜ਼ਾ ਹੈ 6 ਮਹੀਨੇ। ਸੋ ਉਹ ਕਹਿੰਦਾ ਕਿ ਜਿਹੜੀ ਸਟੇਟ ਹੈ, ਜਿਹੜਾ ਰਾਜ ਹੈ, ਜਿਹੜੀਆਂ ਤੁਹਾਨੂੰ ਸੁਤੰਤਰਤਾ ਦਾ ਅਧਿਕਾਰ ਮਿਲਿਆ ਹੋਇਆ, ਤੁਹਾਨੂੰ ਪੂਰਨ ਸੁਤੰਤਰਤਾ ਦਾ ਅਧਿਕਾਰ ਨਹੀਂ ਮਿਲਿਆ ਹੋਇਆ, ਅਨਲਿਮਿਟਿਡ ਫਰੀडम ਨਹੀਂ ਮਿਲਿਆ ਹੋਇਆ। ਸੋ ਸਟੇਟ ਜਿਹੜੀ ਹੈ ਉਹ ਇਹਨਾਂ ਮੈਟਰਸ ਦੇ ਵਿੱਚ ਤੁਹਾਡੇ ਉੱਤੇ ਜਿਹੜੀ ਹੈ ਉਹ ਰੀਜ਼ਨੇਬਲ ਜਿਹੜੀਆਂ ਰਿਸਟ੍ਰਿਕਸ਼ਨਸ ਹੈ ਉਹ ਲਗਾ ਸਕਦਾ। ਠੀਕ ਹੈ, ਫਿਰ ਧਾਰਾ 21 ਹੈਗੀ ਹੈ ਡੀਲਸ ਵਿਦ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਡੀਲਸ ਵਿਦ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ ਮਤਲਬ ਜਿਹੜੀ ਧਾਰਾ 21 ਹੈ ਤੁਹਾਡਾ ਜਿਹੜਾ ਰਾਈਟ ਟੂ ਲਾਈਫ ਹੈ ਉਹਨੂੰ ਪ੍ਰੋਟੈਕਟ ਕਰਦੀ ਹੈ। ਠੀਕ ਹੈ, ਨਾਲ ਨਾਲ ਤੁਹਾਡੀ ਜਿਹੜੀ ਪਰਸਨਲ ਸੁਤੰਤਰਤਾ ਉਹਨੂੰ ਵੀ ਪ੍ਰੋਟੈਕਟ ਜਿਹੜੀ ਕਰਦੀ। ਫਿਰ ਧਾਰਾ 21A ਨੂੰ ਜਿਹੜਾ ਸੀ 85ਵਾਂ ਸੰਵਿਧਾਨਿਕ ਸੰਸ਼ੋਧਨ ਸੀਗਾ, ਉਸ ਰਾਹੀਂ ਜਿਹੜਾ ਸੀਗਾ ਸੰਵਿਧਾਨ ਦੇ ਵਿੱਚ ਜਿਹੜੀ ਸੀ ਉਹ ਜਗ੍ਹਾ ਜਿਹੜੀ ਸੀਗੀ ਉਹ ਦਿੱਤੀ ਗਈ ਸੀ। ਸੋ 6 ਤੋਂ 14 ਸਾਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਫ੍ਰੀ ਅਤੇ ਕੰਪਲਸਰੀ ਜਿਹੜਾ ਐਜੂਕੇਸ਼ਨ ਹੈ ਉਹਦਾ ਰਾਈਟ, RTE ਇਹਨੂੰ ਕਹਿੰਦੇ ਰਾਈਟ ਟੂ ਐਜੂਕੇਸ਼ਨ। ਸੋ ਰਾਈਟ ਟੂ ਐਜੂਕੇਸ਼ਨ ਜਿਹੜਾ ਹੈ ਉਹ ਧਾਰਾ 21A ਦੇ ਵਿੱਚ ਉਹਨੂੰ ਜਿਹੜੀ ਹੈ ਜਗ੍ਹਾ ਦਿੱਤੀ। ਧਾਰਾ 22 ਦੇ ਵਿੱਚ ਡੀਲਸ ਵਿਦ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ। ਪ੍ਰੋਟੈਕਸ਼ਨ ਆਫ ਅਰੈਸਟ ਐਂਡ ਡਿਟੈਂਸ਼ਨ। ਡਿਟੈਂਸ਼ਨ ਮਤਲਬ ਹੁੰਦਾ ਜਦੋਂ ਕੋਈ ਵਿਅਕਤੀ, ਕੋਈ ਸੰਸਥਾ, ਕੋਈ ਸਮੂਹ ਦੇਸ਼ ਲਈ ਖਤਰਾ ਹੋਵੇ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹੋਵੇ, ਇਹਨੂੰ ਆਪਾਂ ਇਹੋ ਜਿਹੇ ਵਿਅਕਤੀ ਜਾਂ ਇਹੋ ਜਿਹੇ ਸਮੂਹ ਦੇ ਵਿਅਕਤੀਆਂ ਨੂੰ ਅਸੀਂ ਜਿਹੜਾ ਹੈ ਹਾਊਸ ਅਰੈਸਟ ਕਰ ਸਕਦੇ ਹਾਂ ਇਨ ਦੀ ਨੇਮ ਆਫ ਸਿਕਿਉਰਿਟੀ। ਇਹਨੂੰ ਆਪਾਂ ਕਹਿੰਦੇ ਹਾਂ ਨਿਵਾਰਕ ਨਜ਼ਰਬੰਦੀ। ਇਹਦੇ ਉੱਤੇ ਆਪਾਂ ਇੱਕ ਅਲੱਗ ਤੋਂ ਕੁਐਸਚਨ ਵੀ ਜਿਹੜਾ ਹੈ ਕਰਨਾ ਹੈ, ਛੋਟਾ ਕੁਐਸਚਨ ਕਰਨਾ ਹੈ, ਉਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਿਹੜਾ ਹੈ ਸਮਝਾਉਂਗਾ। ਸੋ ਇਹ ਸੀਗਾ ਰਾਈਟ ਟੂ ਜਿਹੜਾ ਸੀਗਾ ਫਰੀडम। ਹੁਣ ਇਹਦੇ ਨਾਲ ਸੰਬੰਧਿਤ ਵੀ ਕੁਝ ਅਪਵਾਦ ਜਿਹੜੇ ਹੈ ਉਹਨਾਂ ਦੀ ਚਰਚਾ ਜਿਹੜੀ ਹੈ ਸਾਡੇ ਸੰਵਿਧਾਨ ਵਿੱਚ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਕਿਹੜੇ ਕਿਹੜੇ ਅਪਵਾਦ ਹੈ ਜਿਹੜੇ ਕਿ ਰਾਈਟ ਟੂ ਫਰੀडम ਦੇ ਨਾਲ ਜੁੜੇ ਹੋਏ ਹੈ। ਇਹਦੇ ਵਿੱਚ ਜਦੋਂ ਅਸੀਂ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ ਦੀ ਗੱਲ ਕਰਦੇ ਹਾਂ ਧਾਰਾ 21। ਸੋ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਡਿਟੇਲ ਦੇ ਵਿੱਚ, nobody shall be considered guilty until at the time of guilt he violates any preventing law under the bail। ਸੋ ਉਦੋਂ ਤੱਕ ਵੀ ਕਿਸੇ ਵਿਅਕਤੀ ਨੂੰ ਜਿਹੜਾ ਹੈ ਗਿਲਟੀ ਨਹੀਂ ਪ੍ਰੂਵ ਕੀਤਾ ਜਾ ਸਕਦਾ, ਗਿਲਟੀ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹਦਾ ਜਿਹੜਾ ਹੈ ਗਿਲਟ ਪ੍ਰੂਵ ਨਹੀਂ ਹੁੰਦਾ, ਜਦ ਤੱਕ ਉਹਦਾ ਕ੍ਰਾਈਮ ਜਿਹੜਾ ਹੈ ਉਹ ਸਿੱਧ ਨਹੀਂ ਹੁੰਦਾ। ਠੀਕ ਹੈ ਜੀ। ਐਨੀ ਪਰਸਨ ਹੂ ਇਜ਼ ਅਰੈਸਟਡ ਵਿਲ ਹੈਵ ਟੂ ਬੀ ਇਮੀਡੀਏਟਲੀ ਇਨਫੋਰਮਡ ਆਫ ਦੀ ਗਰਾਊਂਡਸ ਆਫ ਹਿਸ ਡਿਟੈਂਸ਼ਨ। ਅਗਰ ਕਿਸੇ ਵਿਅਕਤੀ ਨੂੰ ਅਸੀਂ ਫੜਦੇ ਹਾਂ ਉਹਦੇ ਡਿਟੈਂਸ਼ਨਾਂ ਦੇ ਕਾਰਨ ਉਹਨੂੰ ਦੱਸਣਾ ਪਏਗਾ। ਹੁਣ ਕਈ ਵਾਰੀ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਕਿ ਪੁਲਿਸ ਅਗਰ ਕਿਸੇ ਵਿਅਕਤੀ ਨੂੰ ਜਦੋਂ ਫੜਨ ਆਉਂਦੀ ਹੈ ਤਾਂ ਉਹ ਜਿਹੜਾ ਜਿਹਨੂੰ ਫੜਨ ਆਉਂਦੀ ਹੈ ਉਹ ਪੁਲਿਸ ਕੋਲ ਪੁੱਛਦਾ ਹੈ ਕਿ ਮੇਰਾ ਜੁਰਮ ਕੀ ਹੈ, ਜਿਸ ਜੁਰਮ 'ਚ ਤੁਸੀਂ ਮੈਨੂੰ ਜਿਹੜਾ ਅਰੈਸਟ ਕਰ ਰਹੇ ਹੋ। ਫਿਰ ਪੁਲਿਸ ਦੱਸਦੀ ਹੈ
ਕਿ ਤੂੰ ਤੇਰੇ ਉੱਤੇ ਆ ਚਾਰजेस ਲੱਗੇ ਅਸੀਂ ਤੈਨੂੰ ਇਹਨਾਂ ਚਾਰजेस ਕਰਕੇ ਜਿਹੜਾ ਅਰੈਸਟ ਜਿਹੜਾ ਕਰ ਰਹੇ। ਠੀਕ ਹੈ ਜੀ। ਸੋ ਅਪਵਾਦ ਇੱਕ ਇਹ ਹੈ ਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਸਿੱਖ ਧਰਮ ਦੇ ਨਾਲ ਰਿਲੇਟਡ ਕਿ ਬਾਕੀ ਧਰਮਾਂ ਨੂੰ ਜਿਹੜਾ ਹੈ ਕੈਰੀ ਕਰਨ ਦਾ ਅਧਿਕਾਰ ਕਿਉਂ ਨਹੀਂ ਹੈ, ਆਰਮਸ ਜਿਹੜਾ ਹੈ ਕੈਰੀ ਕਰਨ ਦਾ ਅਧਿਕਾਰ ਕਿਉਂ ਨਹੀਂ ਹੈ। ਸੋ ਇਹ ਸੀਗਾ ਰਾਈਟ ਟੂ ਫਰੀडम। ਠੀਕ ਹੈ ਜੀ। ਹੁਣ ਅਸੀਂ ਇਸ ਤੋਂ ਜਿਹੜਾ ਅਗਲਾ ਮੌਲਿਕ ਅਧਿਕਾਰ ਹੈ ਉਹਦੀ ਡਿਸਕਸ਼ਨ ਕਰਦੇ ਹਾਂ। ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਰਾਈਟ ਅਗੇਂਸਟ ਐਕਸਪਲੋਇਟੇਸ਼ਨ ਦਾ ਮਤਲਬ ਹੁੰਦਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਹੁਣ ਇਹਦੇ ਵਿੱਚ ਦੋ ਧਾਰਾਵਾਂ ਆਉਂਦੀਆਂ 23 ਤੇ 24। ਜਿਹੜੀ ਧਾਰਾ 23 ਹੈ ਉਹ ਕਿਹਦੇ ਨਾਲ ਡੀਲ ਕਰਦੀ ਹੈ ਕਿ ਅਸੀਂ ਜਿਹੜੇ ਮਨੁੱਖ ਹੈ ਮਨੁੱਖਾਂ ਦਾ ਵਪਾਰ ਨਹੀਂ ਕਰ ਸਕਦੇ ਜਾਂ ਉਹਨਾਂ ਕੋਲ ਜ਼ਬਰਦਸਤੀ ਜਿਹੜਾ ਹੈ ਕੰਮ ਨਹੀਂ ਲੈ ਸਕਦੇ ਜਾਂ ਕੰਮ ਨਹੀਂ ਕਰਵਾ ਸਕਦੇ। ਮਤਲਬ ਕਿ ਅੱਗੇ ਕੀ ਹੁੰਦਾ ਸੀਗਾ, ਬੰਧੂਆ ਮਜ਼ਦੂਰ ਹੁੰਦੇ ਸੀਗੇ ਕਿ ਜਿਹੜੇ ਕਿ ਆਪਣੇ ਮਾਲਿਕ ਵਾਸਤੇ ਜਿਹੜਾ ਸੀਗਾ 18 ਘੰਟੇ 20 ਘੰਟੇ ਕੰਮ ਕਰਦੇ ਸੀ। ਮਤਲਬ ਉਹਦੇ ਵਿੱਚ ਉਸ ਜਿਹੜਾ ਜੰਜਾਲ ਸੀਗਾ ਉਹ ਇੱਕ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਸੀਗਾ ਉਹ ਅੰਗਰੇਜ਼ਾਂ ਦੇ ਵੇਲੇ ਵੀ ਹੋ ਰਿਹਾ ਸੀ ਜਾਂ ਉਸ ਤੋਂ ਪਹਿਲਾਂ ਵੀ ਹੋ ਰਿਹਾ ਸੀ। ਸੋ ਇਸ ਨੂੰ ਜਿਹੜਾ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਸੀਗੇ ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਬੰਦ ਕੀਤਾ। ਮਤਲਬ ਕਿ ਤੁਸੀਂ ਹਿਊਮਨ ਟ੍ਰੈਫਿਕ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਤੁਸੀਂ ਜਿਹੜਾ ਹੈ ਮਨੁੱਖ ਨੂੰ ਵੇਚ ਅਤੇ ਖਰੀਦ ਨਹੀਂ ਸਕਦੇ। ਇਹਦਾ ਮਤਲਬ ਹਿਊਮਨ ਟ੍ਰੈਫਿਕ ਦਾ ਮਤਲਬ ਚਾਹੇ ਉਹਦੇ ਵਿੱਚ ਔਰਤ ਹੈ ਚਾਹੇ ਉਹਦੇ ਵਿੱਚ ਮਰਦ ਹੈ, ਇਹਨਾਂ ਦੀ ਖਰੀਦੋ ਫਰੋਖਤ ਜਿਹੜੀ ਹੈ ਉਹ ਨਹੀਂ ਹੋ ਸਕਦੀ। ਫਿਰ ਧਾਰਾ 24 ਡੀਲਸ ਵਿਦ ਪ੍ਰੋਹਿਬਿਸ਼ਨ ਆਫ ਐਮਪਲੋਇਮੈਂਟ ਅੰਡਰ ਫੈਕਟਰੀਜ਼। ਜਿਹੜੇ ਬੱਚੇ ਜਿਨ੍ਹਾਂ ਦੀ ਉਮਰ ਜਿਹੜੇ 14 ਸਾਲ ਤੋਂ ਘੱਟ ਹੈਗੇ ਬੱਚੇ, ਉਹਨਾਂ ਨੂੰ ਤੁਸੀਂ ਜਿਹੜਾ ਹੈ ਜ਼ਬਰਦਸਤੀ ਜਿਹੜਾ ਹੈ ਘਰਾਂ ਦੇ ਵਿੱਚ ਕੰਮ ਨਹੀਂ ਕਰਵਾ ਸਕਦੇ, ਫੈਕਟਰੀਆਂ ਦੇ ਵਿੱਚ ਕੰਮ ਨਹੀਂ ਕਰਵਾ ਸਕਦੇ। ਇਸ ਤੋਂ ਜਿਹੜੀ ਪਹਿਲੀ ਸਲਾਈਡ ਸੀ ਉਹਦੇ ਵਿੱਚ ਆ ਫੋਟੋ ਬਣੀ ਹੋਈ ਹੈ ਕਿ ਇੰਨੇ ਛੋਟੇ ਛੋਟੇ ਬੱਚਿਆਂ ਕੋਲ ਤੁਸੀਂ ਕੰਮ ਨਹੀਂ ਕਰਵਾ ਸਕਦੇ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਧਾਰਾ ਜਿਹੜੀ 21 ਇਹ ਹੈ ਉਹ ਇਹ ਕਹਿੰਦੀ ਹੈ ਕਿ ਜਿਹੜੇ 6 ਤੋਂ 14 ਸਾਲ ਦੇ ਬੱਚੇ ਹੈ ਉਹਨਾਂ ਨੂੰ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦੇਣਾ ਜ਼ਰੂਰੀ ਹੈ। ਹੁਣ ਤੁਸੀਂ ਦੇਖਿਆ ਹੋਣਾ ਕਿ ਅਸੀਂ ਘਰਾਂ ਦੇ ਵਿੱਚ ਜਿਹੜਾ ਹੈਗਾ ਨੌਕਰ ਰੱਖਦੇ ਆ, ਸਾਰੀਆਂ ਉਹਨਾਂ ਨੂੰ ਫੈਸਿਲਿਟੀਆਂ ਜਿਹੜੀਆਂ ਉਹ ਦਿੰਦੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਅਸੀਂ ਡੋਮੈਸਟਿਕ ਹੈਲਪ ਵੀ ਰੱਖਣੀ, ਇਹਨੂੰ ਡੋਮੈਸਟਿਕ ਹੈਲਪ ਕਹਿੰਦੇ ਹਾਂ। ਅਗਰ ਆਪਾਂ ਨੌਕਰ ਰੱਖਣਾ, ਅਗਰ ਅਸੀਂ ਨੌਕਰ ਫੈਕਟਰੀ 'ਚ ਰੱਖਣਾ ਉਹਦੀ ਉਮਰ 14 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ। ਅਗਰ ਅਸੀਂ ਘਰ ਦੇ ਵਿੱਚ ਵੀ ਘਰੇਲੂ ਕੰਮਕਾਜ ਵਾਸਤੇ, ਘਰੇਲੂ ਕੰਮਕਾਜ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਡੋਮੈਸਟਿਕ ਹੈਲਪ ਕਹਿੰਦੇ ਹਾਂ। ਡੋਮੈਸਟਿਕ ਹੈਲਪ ਵਾਸਤੇ ਵੀ ਤੁਸੀਂ ਜਿਹੜਾ ਹੈਗਾ ਉਹ 14 ਸਾਲ ਤੋਂ ਉੱਪਰ ਹੈ। ਸੋ ਇਹ ਜਿਹੜਾ ਸ਼ੋਸ਼ਣ ਹੈਗਾ ਇਹਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਰੋਕਿਆ ਗਿਆ ਸਾਡੇ ਸੰਵਿਧਾਨ ਦੇ ਵਿੱਚ। ਜਿਹੜਾ ਇਹ ਸ਼ੋਸ਼ਣ ਹੈ ਚਾਈਲਡ ਲੇਬਰ ਨੂੰ ਰੋਕਿਆ ਗਿਆ ਕਿਉਂਕਿ ਇਸੇ ਕਰਕੇ ਜਿਹੜਾ ਸੀਗਾ 86ਵਾਂ ਸੰਵਿਧਾਨਿਕ ਸੰਸ਼ੋਧਨ 85ਵਾਂ ਨਹੀਂ ਸੀਗਾ 86ਵਾਂ ਸੰਵਿਧਾਨਿਕ ਸੰਸ਼ੋਧਨ ਹੋਇਆ ਸੀਗਾ 2002 ਦੇ ਵਿੱਚ। ਆਰਟੀਕਲ 21 ਦੇ ਵਿੱਚ ਆਫ ਦਾ ਕਨਸਟੀਟਿਊਸ਼ਨ ਵਾਸ ਅਮੈਂਡਡ ਥਰੂ ਦਿਸ ਅਮੈਂਡਮੈਂਟ ਅਲੋਂਗ ਵਿਦ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ right to get education up to high school has been made a fundamental right। ਇਹ fundamental right ਬਣਾਇਆ ਹੈ right RTE ਜਿਹੜਾ ਹੈ ਇੱਕ fundamental right ਹੈ। ਸੋ ਇਹਦੇ ਨਾਲ fundamental rights ਦੀ ਗਿਣਤੀ ਨਹੀਂ ਬਣੀ ਵਧੀ, ਪਰ ਇਹ ਜਿਹੜੀ ਚੀਜ਼ ਹੈ ਉਹ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਸੀਗੇ ਉਹਨਾਂ ਵਿੱਚ ਵੀ ਇਸ ਚੀਜ਼ ਦਾ ਜਿਹੜਾ ਹੈ ਇਸ ਚੀਜ਼ ਦੀ ਜਿਹੜੀ ਵਿਵਸਥਾ ਹੈਗੀ ਹੈ ਉਹ ਕੀਤੀ। ਠੀਕ ਹੈ ਜੀ। ਸੋ ਅੱਜ ਆਪਾਂ ਇਹ ਦੋ ਅਧਿਕਾਰ ਹੀ ਜਿਹੜੇ ਆ ਡਿਸਕਸ ਕਰਨੇ ਸੀ। ਕੱਲ ਨੂੰ ਅਸੀਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ 25 ਤੋਂ 28 ਤੇ ਉਸ ਤੋਂ ਬਾਅਦ ਕੱਲ ਨੂੰ ਆਪਾਂ ਇਹਦੀ ਕਲਾਸੀਫਿਕੇਸ਼ਨ ਜਾਂ ਵਰਗੀਕਰਨ ਦਾ ਅਧਿਕਾਰਾਂ ਦਾ ਉਹ ਖਤਮ ਕਰ ਦਾਂਗੇ। ਅਗਰ ਕਿਸੇ ਬੱਚੇ ਨੇ ਕੋਈ ਕੁਐਸਚਨ ਪੁੱਛਣਾ ਹੈ ਉਹ ਪੁੱਛ ਸਕਦਾ ਹੈ, ਨਹੀਂ ਤਾਂ ਫਿਰ ਮੈਂ ਕਲਾਸ ਜਿਹੜੀ ਆ ਉਹ ਕਰਾਂਗਾ। ਸੋ ਮੈਂ ਇੱਕ ਗੱਲ ਦੁਬਾਰਾ ਕਲੀਅਰ ਕਰ ਦਵਾਂ ਤੁਹਾਨੂੰ ਸਾਰਿਆਂ ਨੂੰ ਕਿ ਮੈਂ ਉਹਨਾਂ ਵਿਦਿਆਰਥੀਆਂ ਦੀ ਅਟੈਂਡੈਂਸ ਲਾਈਵ ਕਲਾਸ 'ਚ ਲਾਵਾਂਗਾ ਜਿਹੜੇ ਬੱਚੇ ਕਲਾਸ ਲਗਾਉਂਦੇ ਆ। ਬਾਕੀ ਹੋਰ ਕਿਸੇ ਦੀ ਅਟੈਂਡੈਂਸ ਨਹੀਂ ਲੱਗੀ। ਜਿਹੜੇ ਬੱਚੇ ਕਲਾਸ ਨਹੀਂ ਲਾਉਂਦੇ ਲਾਈਵ ਕਲਾਸ, ਠੀਕ ਹੈ, ਉਹਨਾਂ ਦੀ ਅਟੈਂਡੈਂਸ ਨਹੀਂ ਲੱਗੀ। ਇਕੱਲੇ ਤੁਸੀਂ ਕਹਿੰਦੇ ਆ
ਤੁਸੀਂ ਆਪ ਹੀ ਮੈਨੂੰ ਕਿਹਾ ਸੀਗਾ ਕਿ ਸਰ ਤੁਸੀਂ ਜਿਹੜਾ ਹੈ ਲਾਈਵ ਕਲਾਸ ਲਿਆ ਕਰੋ, ਮੈਂ ਵੀਡੀਓ ਤੁਹਾਨੂੰ ਜਿਹੜਾ ਹੈ ਉਹ ਪਾਉਂਦਾ ਸੀ। ਠੀਕ ਹੈ ਜੀ, ਮੈਂ ਹੁਣ ਕਿਸੇ ਨੇ ਕੁਝ ਪੁੱਛਣਾ ਹੈਗਾ, ਨਹੀਂ ਤਾਂ ਮੈਂ ਪੁੱਛਾਂ ਤੁਹਾਨੂੰ, ਕਿਸੇ ਨੇ ਕੁਝ ਪੁੱਛਣਾ ਹੈ? ਸੋ ਆਪਣਾ ਜਿਹੜੇ ਅਟੈਂਡੈਂਸ ਦਾ ਸਕਰੀਨਸ਼ਾਟ ਜਿਹੜਾ ਖਿੱਚ ਕੇ ਮੈਨੂੰ ਭੇਜ ਦਿਓ, ਜਿਹੜੇ ਬੱਚਿਆਂ ਨੇ ਕਲਾਸ ਲਈ ਉਹਨਾਂ ਦੀ ਅਟੈਂਡੈਂਸ ਲੱਗ ਜੂਗੀ, ਬਾਕੀ ਕਿਸੇ ਦੀ ਅਟੈਂਡੈਂਸ ਨਹੀਂ। ਇਹ ਮੈਂ ਹੁਣ ਅਟੈਂਡੈਂਸ ਦੇ ਮਾਮਲੇ ਦੇ ਵਿੱਚ ਜਿਹੜਾ ਸਟ੍ਰਿਕਟ ਹੋਣ ਲੱਗਾ ਬਹੁਤ ਜ਼ਿਆਦਾ। ਸੋ ਇਹ ਆਪਣਾ ਧਿਆਨ ਰੱਖੋ ਔਰ ਸਾਰੇ ਬੱਚਿਆਂ ਨੂੰ ਉਹ ਕਲਾਸ ਲਾਓ। ਓਕੇ, ਥੈਂਕ ਯੂ।